ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਅੱਜ ਦੇ ਬੁਲੇਟਿਨ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਵੀਜ਼ੇ ਲੱਗਣ 'ਚ ਦੇਰੀ ਸੰਬੰਧੀ ਦਿੱਤੀ ਜਾਣਕਾਰੀ। ਦੱਸਾਂਗੇ ਉਹਨਾਂ ਅਰਜ਼ੀ ਧਾਰਕਾਂ ਨੂੰ ਕੀ ਕੁਝ ਕਿਹਾ। ਅੱਜ ਇਮੀਗ੍ਰੇਸ਼ਨ ਵਿਭਾਗ ਨੇ PR ਦੇ ਲਈ ਭੇਜੇ ਇਨਵੀਟੇਸ਼ਨ। PNP ਅਪਰੂਵਲ ਵਾਲਿਆਂ ਨੂੰ ਗਏ ਸੱਦੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਵਾਰ ਫਿਰ ਇਤਿਹਾਸਕ ਫੈਸਲਾ 90,000 ਕੈਨੇਡਾ ਵਿੱਚ ਰਹਿਣ ਵਾਲੇ ਪ੍ਰਵਾਸੀ ਕੀਤੇ ਜਾਣਗੇ ਪੱਕੇ। ਸੂਬਿਆਂ ਦਰਮਿਆਨ ਵੀ ਟਰੈਵਲ ਤੇ ਰੋਕ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਰੀ ਹਾਮੀ। ਕਿਹਾ ਲੋੜ ਪੈਣ ਤੇ ਅਜਿਹੀ ਰੋਕ ਲੱਗੀ ਤਾਂ ਉਹ ਦੇਣਗੇ ਸਮਰਥਨ। ਪ੍ਰੀਮੀਅਰ ਡਗ ਫੋਰਡ ਦੀ ਓਨਟਾਰੀਓ ਵਾਸੀਆਂ ਨੂੰ ਅਪੀਲ। ਦੱਸਾਂਗੇ ਕਿੱਥੇ ਟਰੈਵਲ ਨਾ ਕਰਨ ਲਈ ਕਿਹਾ। ਸਰੀ ਦੇ ਨਿਊਟਨ ਖੇਤਰ ਵਿੱਚ ਇੱਕ ਘਰ ਅੰਦਰ ਹੋ ਰਿਹਾ ਸੀ ਵਿਆਹ, ਜਿੱਥੇ ਮੌਜੂਦ ਸਨ 22 ਵਿਅਕਤੀ। ਪੁਲਿਸ ਨੇ ਮੋਟੇ ਜੁਰਮਾਨੇ ਕੀਤੇ ਜਾਣ ਦੀ ਦਿੱਤੀ ਜਾਣਕਾਰੀ। ਇਸ ਤਰ੍ਹਾਂ ਨਾਲ ਹੁਣ ਸ਼ੁਰੂਆਤ ਕਰਦੇ ਹਾਂ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਵੀ ਆਪਣੀਆਂ ਫਾਈਲਾਂ ਲਾਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਜਿਨ੍ਹਾਂ ਤੋਂ ਪਾਸਪੋਰਟ ਮੰਗੇ ਗਏ ਤਾਂ ਪਾਸਪੋਰਟ ਨੂੰ ਸਟੈਂਪ ਲਗਾ ਕੇ ਵੀਜ਼ਾ ਉਸ ਦੇ ਉੱਤੇ ਲਗਾ ਕੇ ਦੁਬਾਰਾ ਭੇਜਣ ਦੇ ਵਿੱਚ ਜੋ ਸਰਵਿਸ ਹੈ ਉਸ ਦੇ ਵਿੱਚ ਇਸ ਸਮੇਂ ਦੇਰੀ ਹੋ ਸਕਦੀ ਹੈ। ਜਿਸ ਦੇ ਲਈ ਉਹਨਾਂ ਨੇ ਕਿਹਾ ਕਿ ਕਈ ਥਾਵਾਂ ਦੇ ਉੱਤੇ COVID-19 ਦੇ ਮਾਮਲੇ ਕਾਫੀ ਗਿਣਤੀ ਦੇ ਵਿੱਚ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਨੇ, ਜਿਸ ਦੇ ਕਰਕੇ COVID-19 ਦੀਆਂ ਸਖਤ ਹਦਾਇਤਾਂ ਕਈ ਥਾਵਾਂ ਦੇ ਉੱਤੇ ਲਾਗੂ ਹੋ ਰਹੀਆਂ ਨੇ, ਜਿਸ ਦਾ ਪ੍ਰਭਾਵ ਉਹਨਾਂ ਦੇ ਕੰਮ ਦੇ ਉੱਤੇ ਵੀ ਪੈ ਰਿਹਾ ਹੈ। ਤੇ ਇਸ ਨੂੰ ਲੈ ਕੇ ਕੈਨੇਡਾ ਹਾਈ ਕਮਿਸ਼ਨ ਨੇ ਜਦੋਂ ਜਾਣਕਾਰੀ ਸਾਂਝੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਸਮੇਂ ਜੇਕਰ ਕਿਸੇ ਨੂੰ ਵੀ ਪਾਸਪੋਰਟ ਦੀ ਰਿਕੁਐਸਟ ਜਦੋਂ ਆ ਜਾਂਦੀ ਹੈ ਕਿ ਉਹਨਾਂ ਨੇ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਦਿੱਤਾ ਕਿ ਭੇਜ ਦਿੱਤਾ ਸਟੈਂਪ ਦੇ ਵਾਸਤੇ, ਵੀਜ਼ਾ ਲੱਗਣ ਦੇ ਵਾਸਤੇ, ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਉਦੋਂ ਤੱਕ ਆਪਣੀ ਕੈਨੇਡਾ ਜਾਣ ਦੇ ਵਾਸਤੇ ਟਿਕਟ ਜਾਂ ਫਿਰ ਟਰੈਵਲ ਪਲਾਨ ਨਾ ਬਣਾਇਆ ਜਾਵੇ ਜਦੋਂ ਤੱਕ ਉਹਨਾਂ ਨੂੰ ਉਹ ਪਾਸਪੋਰਟ ਵੀਜ਼ਾ ਲੱਗਣ ਤੋਂ ਬਾਅਦ ਵਾਪਸ ਨਹੀਂ ਮਿਲ ਜਾਂਦਾ, ਕਿਉਂਕਿ ਉਹਨਾਂ ਨੇ ਕਿਹਾ ਕਿ ਇਸ ਸਰਵਿਸ ਦੇ ਵਿੱਚ ਹੁਣ ਹੋਰ ਦੇਰੀ ਦੀ ਉਮੀਦ ਕੀਤੀ ਜਾ ਸਕਦੀ ਹੈ, ਕਿਉਂਕਿ ਇਸ ਸਮੇਂ ਦੇ ਜੋ ਹਾਲਾਤ ਨੇ ਉਸ ਦਾ ਪ੍ਰਭਾਵ ਕੰਮ ਦੇ ਉੱਤੇ ਪੈ ਰਿਹਾ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਮੇਂ ਮੁੱਖ ਤੌਰ ਦੇ ਉੱਤੇ ਉਹ ਉਹਨਾਂ ਫਾਈਲਾਂ ਦੀ ਵੀਜ਼ਾ ਨੂੰ ਲੈ ਕੇ ਪ੍ਰਕਿਰਿਆ ਜਾਰੀ ਰੱਖ ਰਹੇ ਨੇ, ਉਹਨਾਂ ਦੇ ਉੱਤੇ ਕੰਮ ਹੋ ਰਿਹਾ ਹੈ ਜਿਨ੍ਹਾਂ ਨੂੰ ਇਸ ਸਮੇਂ ਟਰੈਵਲ ਦੇ ਉੱਤੇ ਰੋਕ ਨਹੀਂ ਹੈ, ਜਿਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਤੇ ਨਾਲ ਹੀ ਜੋ ਫੈਮਿਲੀ ਕਲਾਸ ਦੀਆਂ PR ਦੇ ਵਾਸਤੇ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਉਸ ਦੇ ਵਿੱਚ ਵੀ COVID-19 ਦੇ ਕਰਕੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਪ੍ਰਕਿਰਿਆ ਦੇ ਵਿੱਚ ਦੇਰੀ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ। ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ ਕਿ ਅੱਜ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਨੇ। ਦਰਅਸਲ ਇਹ ਇਨਵੀਟੇਸ਼ਨ ਉਹਨਾਂ ਨੂੰ ਭੇਜੇ ਗਏ ਨੇ ਅੱਜ ਜਿਨ੍ਹਾਂ ਦੀ PNP ਪਹਿਲਾਂ ਤੋਂ ਅਪਰੂਵ ਹੋ ਗਈ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ PR ਦੇ ਵਾਸਤੇ 266 ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਨੇ। ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ 14 ਅਪ੍ਰੈਲ ਨੂੰ ਜੋ ਡਰਾਅ ਨਿਕਲਿਆ। ਇਸ ਦੌਰਾਨ ਜੋ ਘੱਟੋ ਘੱਟ ਸਕੋਰ ਰਿਹਾ CRS ਸਕੋਰ 753 ਤੱਕ ਰਿਹਾ। ਦਰਅਸਲ ਇਹ ਇਨਵੀਟੇਸ਼ਨ ਉਹਨਾਂ ਨੂੰ ਗਏ ਨੇ ਜਿਨ੍ਹਾਂ ਦੀ ਪਹਿਲਾਂ ਤੋਂ PNP ਅਪਰੂਵ ਹੈ ਤੇ ਇਸ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਜਦੋਂ ਜਾਣਕਾਰੀ ਦਿੱਤੀ ਹੈ ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਵਿਅਕਤੀ ਜਿਨ੍ਹਾਂ ਦਾ ਘੱਟੋ ਘੱਟ ਸਕੋਰ 753 ਤੱਕ ਸੀ ਉਸ ਦੇ ਵਿੱਚ ਵੀ ਸਿਰਫ ਉਹਨਾਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜਿਨ੍ਹਾਂ ਨੇ ਆਪਣੀ ਫਾਈਲ ਐਕਸਪ੍ਰੈਸ ਐਂਟਰੀ ਦੇ ਵਾਸਤੇ ਮਾਰਚ 1, 2021 ਤੋਂ ਪਹਿਲਾਂ ਜਮ੍ਹਾਂ ਕਰਵਾ ਦਿੱਤੀ ਸੀ। ਦਰਅਸਲ PNP ਪਹਿਲਾਂ ਤੋਂ ਜਿਨ੍ਹਾਂ ਦੀ ਅਪਰੂਵ ਹੈ ਉਹਨਾਂ ਦੇ ਕੋਲ 600 ਪੁਆਇੰਟ ਪਹਿਲਾਂ ਤੋਂ ਹੁੰਦੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੂੰ 153 ਪੁਆਇੰਟ ਚਾਹੀਦੇ ਸਨ, ਜਿਸ ਤੋਂ ਬਾਅਦ ਉਹਨਾਂ ਦੀ PR ਦੇ ਵਾਸਤੇ ਫਾਈਲ ਚੁੱਕੀ ਗਈ ਹੈ। ਇਸ ਸਮੇਂ ਕੈਨੇਡਾ ਵਿੱਚ ਇਮੀਗ੍ਰੇਸ਼ਨ ਵਿਭਾਗ ਫਿਲਹਾਲ ਸਾਲ 2021 ਜਦੋਂ ਤੋਂ ਸ਼ੁਰੂ ਹੋਇਆ ਹੈ ਜਾਂ ਤਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਾਂ ਫਿਰ ਜਿਨ੍ਹਾਂ ਦੀ PNP ਅਪਰੂਵ ਹੈ ਉਹਨਾਂ ਦੇ ਵਾਸਤੇ ਇਨਵੀਟੇਸ਼ਨ ਭੇਜ ਰਿਹਾ ਹੈ PR ਦੇ ਲਈ। ਹੁਣ ਤੱਕ ਸਾਲ 2021 ਵਿੱਚ ਇਮੀਗ੍ਰੇਸ਼ਨ ਵਿਭਾਗ 49,390 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ PR ਦੇ ਵਾਸਤੇ ਇਨਵੀਟੇਸ਼ਨ ਭੇਜ ਚੁੱਕਿਆ ਹੈ। ਇਹ ਗਿਣਤੀ ਇੰਨੀ ਜ਼ਿਆਦਾ ਉਸ ਸਮੇਂ ਪਹੁੰਚੀ ਜਦੋਂ ਫਰਵਰੀ 13 ਦੇ ਦਿਨ CEC ਕਲਾਸ ਵਾਲਿਆਂ ਦੇ ਵਿੱਚ 27,000 ਤੋਂ ਵੱਧ ਇਨਵੀਟੇਸ਼ਨ ਭੇਜੇ ਗਏ। ਅਗਲੀ ਉਹ ਖਬਰ ਜੋ ਮੁੜ ਤੋਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਇਤਿਹਾਸਕ ਐਲਾਨ ਕੀਤਾ ਹੈ, ਜਿਸ ਦੇ ਵਿੱਚ ਮਈ 6 ਤੋਂ ਜੋ ਅਰਜ਼ੀਆਂ ਖੋਲੀਆਂ ਜਾਣਗੀਆਂ ਤੇ ਉਸ ਤੋਂ ਬਾਅਦ 90,000 ਪ੍ਰਵਾਸੀ ਜੋ ਕੈਨੇਡਾ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਉਹਨਾਂ ਦੀ ਫਾਈਲਾਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦੇ ਬਾਰੇ ਹੋਰ ਜਾਣਕਾਰੀ ਤੁਹਾਨੂੰ ਦੱਸਾਂਗੇ ਤੇ ਤੁਹਾਨੂੰ ਦੱਸ ਦਈਏ ਕਿ ਜੋ ਇਹ 90,000 ਪ੍ਰਵਾਸੀ ਪੱਕੇ ਕੀਤੇ ਜਾਣਗੇ ਉਹਨਾਂ ਦੇ ਵਿੱਚ ਵਰਕ ਪਰਮਿਟ ਵਾਲੇ ਤੇ ਨਾਲ ਹੀ ਇੰਟਰਨੈਸ਼ਨਲ ਗ੍ਰੈਜੂਏਟਸ ਸ਼ਾਮਲ ਹੋਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਤਾਜ਼ਾ ਇੱਕ ਐਲਾਨ ਕੀਤਾ ਹੈ ਜਿਸ ਦੇ ਵਿੱਚ 90,000 ਕੈਨੇਡਾ ਵਿੱਚ ਮੌਜੂਦ ਵਿਅਕਤੀ ਜੋ ਵੱਖੋ ਵੱਖਰੀਆਂ ਸਟਰੀਮਸ ਤੋਂ ਨੇ ਉਹਨਾਂ ਨੂੰ ਪੱਕੇ ਕਰਨ ਦੇ ਲਈ ਅਰਜ਼ੀਆਂ ਖੋਲਣ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਨੇ ਦੱਸਿਆ ਕਿ 90,000 ਜ਼ਰੂਰੀ ਕਾਮੇ ਤੇ ਨਾਲ ਹੀ ਇੰਟਰਨੈਸ਼ਨਲ ਗ੍ਰੈਜੂਏਟਸ ਜੋ ਕੈਨੇਡਾ ਦੀ ਆਰਥਿਕਤਾ ਦੇ ਵਿੱਚ ਹਿੱਸਾ ਪਾ ਰਹੇ ਨੇ
ਉਹਨਾਂ ਨੂੰ ਪੱਕੇ ਕੀਤਾ ਜਾਵੇਗਾ। ਇਸ ਦੇ ਵਾਸਤੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ 6 ਮਈ 2021 ਤੋਂ ਅਰਜ਼ੀਆਂ ਖੋਲੀਆਂ ਜਾ ਰਹੀਆਂ ਨੇ, ਜਿਸ ਦੇ ਲਈ 3 ਵੱਖੋ-ਵੱਖਰੀਆਂ ਸਟਰੀਮਸ ਹੋਣਗੀਆਂ। 20,000 ਅਰਜ਼ੀਆਂ ਉਹਨਾਂ ਵਰਕ ਪਰਮਿਟ ਵਾਲਿਆਂ ਦੇ ਵਾਸਤੇ ਹੋਣਗੀਆਂ ਜੋ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਨੇ। 30,000 ਅਰਜ਼ੀਆਂ ਉਹਨਾਂ ਵਰਕ ਪਰਮਿਟ ਵਾਲਿਆਂ ਦੇ ਵਾਸਤੇ ਹੋਣਗੀਆਂ ਜੋ ਕਿ ਜ਼ਰੂਰੀ ਕੰਮਾਂ ਦੇ ਵਿੱਚ ਨੌਕਰੀਆਂ ਕਰਦੇ ਨੇ। 40,000 ਅਰਜ਼ੀਆਂ ਉਹਨਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਹੋਣਗੀਆਂ ਜਿਨ੍ਹਾਂ ਨੇ ਕੈਨੇਡਾ ਦੇ ਵਿੱਚੋਂ ਪੜ੍ਹਾਈ ਕੀਤੀ ਹੈ। ਇਹ ਸਟਰੀਮਸ ਨਵੰਬਰ 5, 2021 ਤੱਕ ਖੁੱਲੀਆਂ ਰਹਿਣਗੀਆਂ, ਪਰ ਜੇਕਰ ਨਵੰਬਰ 5 ਤੋਂ ਪਹਿਲਾਂ ਵੀ 90,000 ਦਾ ਟੀਚਾ ਪੂਰਾ ਹੋ ਜਾਂਦਾ ਹੈ ਤਾਂ ਉਦੋਂ ਹੀ ਇਹ ਪ੍ਰੋਗਰਾਮ ਬੰਦ ਹੋ ਜਾਵੇਗਾ, ਜਿਸ ਤੋਂ ਬਾਅਦ ਇਹਨਾਂ ਵੱਖੋ-ਵੱਖਰੀਆਂ 3 ਸਟਰੀਮਸ ਦੇ ਰਾਹੀਂ 90,000 ਵਿਅਕਤੀ ਜੋ ਕਿ ਕੈਨੇਡਾ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ PR ਦੇ ਦਿੱਤੀ ਜਾਵੇਗੀ ਉਹਨਾਂ ਦੀ ਯੋਗਤਾ ਦੇ ਆਧਾਰ ਦੇ ਉੱਤੇ। ਇਸ ਪ੍ਰੋਗਰਾਮ ਦੇ ਬਾਰੇ ਅੱਗੇ ਜੇਕਰ ਕੋਈ ਹੋਰ ਜਾਣਕਾਰੀ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ ਤੇ ਇਸ ਦੇ ਬਾਰੇ ਵਿਸਥਾਰ ਦੇ ਵਿੱਚ ਵੀ ਇੱਕ ਵਾਰ ਜਾਣਕਾਰੀ ਦੁਬਾਰਾ ਤੋਂ ਦਵਾਂਗੇ। ਇਸ ਤਰ੍ਹਾਂ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕੋਵਿਡ-19 ਦੇ ਮਾਮਲੇ ਕਾਫੀ ਗਿਣਤੀ ਦੇ ਵਿੱਚ ਵਧਣੇ ਸ਼ੁਰੂ ਹੋਏ ਤਾਂ ਉਸ ਤੋਂ ਬਾਅਦ ਇਸ ਸਮੇਂ ਵੀ ਜੋ ਮਾਮਲਿਆਂ ਦੀ ਗਿਣਤੀ ਸਾਹਮਣੇ ਆ ਰਹੀ ਹੈ ਤਾਂ ਪ੍ਰੀਮੀਅਰ ਜੌਨ ਹੌਰਗਨ ਨੇ ਬਿਆਨ ਵੀ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਫੈਸਲਾ ਲਿਆ ਜਾ ਸਕਦਾ ਹੈ ਕਿ ਸੂਬੇ ਤੋਂ ਬਾਹਰ ਜਾਣ ਤੇ ਸੂਬੇ ਦੇ ਵਿੱਚ ਟਰੈਵਲ ਕਰਨ ਨੂੰ ਲੈ ਕੇ ਰੋਕ ਦੇ ਉੱਤੇ ਇਸ ਦੇ ਉੱਤੇ ਫੈਸਲਾ ਲਿਆ ਜਾ ਸਕਦਾ ਹੈ ਕਿ ਕੋਵਿਡ-19 ਦੇ ਹੋਰ ਫੈਲਣ ਨੂੰ ਰੋਕਣ ਦੇ ਵਾਸਤੇ ਇਹ ਠੋਸ ਕਦਮ ਚੁੱਕਿਆ ਜਾ ਸਕਦਾ ਹੈ, ਜਿਸ ਦੇ ਬਾਰੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਨੂੰ ਸਮਰਥਨ ਦੇਣਗੇ। ਸਿਰਫ ਬ੍ਰਿਟਿਸ਼ ਕੋਲੰਬੀਆ ਹੀ ਨਹੀਂ ਸਗੋਂ ਹੋਰ ਵੀ ਕਈ ਸੂਬਿਆਂ ਦੇ ਵੱਲੋਂ ਟਰੈਵਲ ਨੂੰ ਲੈ ਕੇ ਕੁਝ ਅਜਿਹਾ ਫੈਸਲਾ ਲਿਆ ਜਾ ਸਕਦਾ ਤੇ ਕਈਆਂ ਨੇ ਕੋਵਿਡ-19 ਦੀ ਜਦੋਂ ਕਾਫੀ ਜ਼ਿਆਦਾ ਗਿਣਤੀ 'ਚ ਮਾਮਲੇ ਸਾਹਮਣੇ ਆ ਰਹੇ ਸਨ ਉਦੋਂ ਇਹ ਫੈਸਲੇ ਲਾਗੂ ਵੀ ਕੀਤੇ ਸੀ ਕਿ ਸੂਬੇ ਤੋਂ ਆਉਣਾ ਜਾਂ ਜਾਣਾ ਇਸ ਟਰੈਵਲ ਦੇ ਉੱਤੇ ਵੀ ਰੋਕ ਲਗਾਈ ਗਈ ਤੇ ਇਸ ਨੂੰ ਲੈ ਕੇ ਹੁਣ ਹੋਰ ਜ਼ਿਆਦਾ ਸੂਬੇ ਇਸ ਉੱਤੇ ਫੈਸਲਾ ਲੈ ਸਕਦੇ ਨੇ ਉਮੀਦ ਕੀਤੀ ਜਾ ਸਕਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਦੇ ਉੱਤੇ ਕਹਿ ਦਿੱਤਾ ਹੈ ਕਿ ਲੋੜ ਪੈਣ ਦੇ ਉੱਤੇ ਸੂਬਿਆਂ ਦਰਮਿਆਨ ਟਰੈਵਲ ਨੂੰ ਰੋਕਣ ਦਾ ਵੀ ਜੇਕਰ ਫੈਸਲਾ ਲਿਆ ਜਾਂਦਾ ਹੈ ਤਾਂ ਉਹ ਇਸ ਨੂੰ ਸਮਰਥਨ ਦੇਣਗੇ, ਜਿਸ ਦੇ ਬਾਰੇ ਉਹਨਾਂ ਨੇ ਇਹ ਬਿਆਨ ਜਾਰੀ ਕੀਤਾ। ਤੇ ਇਸ ਦੇ ਨਾਲ ਹੀ ਅੱਗੇ ਜੋ ਓਨਟਾਰੀਓ ਦੇ ਵਿੱਚ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕੋਵਿਡ-19 ਦੇ ਮਾਮਲਿਆਂ ਦੇ ਬਾਰੇ, ਟੀਕਿਆਂ ਦੇ ਬਾਰੇ, ਤਾਂ ਉਹਨਾਂ ਨੇ ਵੀ ਇਸ ਮੌਕੇ ਖਾਸ ਤੌਰ ਦੇ ਉੱਤੇ ਓਨਟਾਰੀਓ ਵਾਸੀਆਂ ਨੂੰ ਕਿਹਾ ਕਿ ਉਹ ਓਨਟਾਰੀਓ ਤੋਂ ਬਾਹਰ ਟਰੈਵਲ ਨਾ ਕਰਨ ਜਾਂ ਫਿਰ ਓਨਟਾਰੀਓ ਦੇ ਵਿੱਚ ਵੀ ਜਿਹੜੇ ਸਮੇਂ ਆ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਸਮੇਂ ਜੋ ਇਹ ਟਰੈਵਲ ਹੈ ਇੱਕ ਸੂਬੇ ਤੋਂ ਦੂਜੇ ਸੂਬੇ ਤੱਕ ਦਾ ਜਿਹੜਾ ਗੈਰ ਜ਼ਰੂਰੀ ਟਰੈਵਲ ਨਾ ਕੀਤਾ ਜਾਵੇ ਤਾਂ ਕਿ ਕੋਵਿਡ-19 ਦੇ ਫੈਲਣ ਨੂੰ ਰੋਕਿਆ ਜਾ ਸਕੇ ਜੋ ਮਾਮਲੇ ਇਸ ਸਮੇਂ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਵੱਧ ਰਹੇ ਨੇ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਜਦੋਂ ਕੋਵਿਡ-19 ਦਾ ਟੀਕਾ ਆ ਜਾਵੇਗਾ ਤਾਂ ਉਸ ਸਮੇਂ ਇਹਨਾਂ ਮਾਮਲਿਆਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ ਕਿ ਇਹਨਾਂ ਮਾਮਲਿਆਂ ਦੀ ਗਿਣਤੀ ਹੇਠਾਂ ਆ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਕੋਵਿਡ-19 ਦੇ ਟੀਕੇ ਵੀ ਆ ਗਏ, ਟੀਕੇ ਲੱਗ ਵੀ ਰਹੇ ਨੇ, ਪਰ ਕੋਵਿਡ-19 ਦੇ ਮਾਮਲੇ ਨੇ ਜੋ ਕਾਫੀ ਗਿਣਤੀ 'ਚ ਅੱਗੇ ਵੱਧ ਰਹੇ ਨੇ, ਜਿਸ ਦੇ ਵਿੱਚ ਵੱਖ-ਵੱਖਰੇ ਵੇਰੀਐਂਟ ਨੇ ਉਹ ਵੀ ਫੈਲਣ ਦੇ ਦਾਅਵੇ ਕੀਤੇ ਜਾ ਰਹੇ ਨੇ। ਤਾਂ ਨਾਲ ਹੀ ਟਰੈਵਲ ਨੂੰ ਲੈ ਕੇ ਜੋ ਰੋਕ ਹੈ, ਕੈਨੇਡਾ ਦੇ ਬਾਰਡਰ ਬੰਦ ਨੇ ਤੇ ਇਸ ਨੂੰ ਲੈ ਕੇ ਹੀ ਜਿਹੜੀਆਂ ਸਖਤ ਹਦਾਇਤਾਂ ਨੇ ਉਹ ਉਸੇ ਤਰ੍ਹਾਂ ਜਾਰੀ ਨੇ ਤੇ ਇਹਨਾਂ ਹਦਾਇਤਾਂ ਨੂੰ ਹੋਰ ਜ਼ਿਆਦਾ ਸਖਤ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਉੱਤੇ ਕਈਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਹੈ। ਕਈ ਮਾਸਕ ਪਾਉਣ ਤੱਕ ਦਾ ਇਨਕਾਰ ਕਰਦੇ ਨੇ, ਪਰ ਫਿਰ ਵੀ ਇਹ ਹਦਾਇਤਾਂ ਲਗਾਤਾਰ ਲਾਗੂ ਨੇ ਤੇ ਇਹਨਾਂ ਦੇ ਉੱਤੇ ਅਮਲ ਕਰਨ ਦੇ ਵਾਸਤੇ ਲਗਾਤਾਰ ਕੈਨੇਡਾ ਵਾਸੀਆਂ ਨੂੰ ਕਿਹਾ ਜਾ ਰਿਹਾ ਹੈ। ਤਾਂ ਉਧਰ ਵੱਖੋ-ਵੱਖਰੇ ਸੂਬਿਆਂ ਦੇ ਵੱਲੋਂ ਇਸ ਸਮੇਂ ਮੰਗ ਕੀਤੀ ਜਾ ਰਹੀ ਹੈ ਕਿ ਕੋਵਿਡ-19 ਦੇ ਟੀਕੇ ਨੇ ਜੋ ਉਸ ਦੀ ਸਪਲਾਈ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੀਕਿਆਂ ਦੀ ਸਪਲਾਈ ਨੂੰ ਲੈ ਕੇ ਜਿਵੇਂ ਕਿ ਆਪਣੇ ਵੱਲੋਂ ਲਗਾਤਾਰ ਜਾਣਕਾਰੀ ਦਿੰਦੇ ਨੇ ਤੇ ਨਾਲ ਹੀ ਇਸ ਸਪਲਾਈ ਨੂੰ ਵਧਾਉਣ ਦੇ ਬਾਰੇ ਕੰਪਨੀਆਂ ਨਾਲ ਹੋਰ ਸੰਧੀਆਂ ਹੋਣ ਦੇ ਬਾਰੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ। ਤਾਂ ਇਸ ਸਪਲਾਈ ਦੀ ਕਮੀ ਦਾ ਵੀ ਕਈ ਥਾਵਾਂ ਦੇ ਉੱਤੇ ਸਾਹਮਣਾ ਕੀਤਾ ਜਾ ਰਿਹਾ ਹੈ। ਜੇਕਰ ਓਨਟਾਰੀਓ ਦੀ ਗੱਲ ਕਰੀਏ ਤਾਂ ਉੱਥੇ ਸਕਾਰਬਰੋ ਦੇ ਵਿੱਚ 2 ਥਾਵਾਂ ਦੇ ਉੱਤੇ 10,000 ਅਪਾਇੰਟਮੈਂਟਸ ਉਸ ਸਮੇਂ ਰੱਦ ਕਰਨੀਆਂ ਪਈਆਂ ਜਦੋਂ ਟੀਕਿਆਂ ਦੀ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਕਰਕੇ ਜੋ ਇਸ ਸਮੇਂ ਲਗਾਤਾਰ ਟੀਚਾ ਧਾਰਿਆ ਜਾ ਰਿਹਾ ਹੈ, ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਟੀਕੇ ਲੱਗ ਸਕਣ, ਪਰ ਸਪਲਾਈ ਦੇ ਕਰਕੇ ਕਾਫੀ ਜ਼ਿਆਦਾ ਇਸ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ। ਤੇ ਇਸ ਦੇ ਉੱਤੇ ਬੇਸ਼ੱਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਵੀ ਬਾਰ-ਬਾਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਸਪਲਾਈ ਲਗਾਤਾਰ ਹੋਣ ਦੇ ਬਾਰੇ ਵੀ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ। ਤਾਂ ਉਧਰ ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੂੰ ਉਸ ਸਮੇਂ ਕਾਫੀ ਜ਼ਿਆਦਾ ਟਿਕਟਸ ਦੇਣੀਆਂ ਪਈਆਂ ਜਦੋਂ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਕਈ ਵਿਅਕਤੀ ਪਾਏ ਗਏ, ਜਿਸ ਦੇ ਵਿੱਚ ਇੱਕ ਮਾਮਲਾ ਇਹ ਵੀ ਸਾਹਮਣੇ ਆਇਆ ਕਿ ਨਿਊਟਨ ਖੇਤਰ ਦੇ ਇੱਕ ਘਰ ਵਿੱਚ ਵੱਡਾ ਇਕੱਠ ਉਸ ਸਮੇਂ ਸੀ ਜਦੋਂ ਉੱਥੇ ਇੱਕ ਵਿਆਹ ਕੀਤਾ ਜਾ ਰਿਹਾ ਸੀ, ਜਿਸ ਦੇ ਵਿੱਚ ਪੁਲਿਸ ਨੇ ਟਿਕਟਸ ਵੀ ਦਿੱਤੀਆਂ ਤੇ ਪਿਛਲੇ ਹਫ਼ਤੇ ਹੀ $17,000 ਤੱਕ ਦੀਆਂ ਟਿਕਟਸ ਦੇਣ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ।
ਸਰੀ ਆਰਸੀਐਮਪੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਹਫਤੇ ਉਹਨਾਂ ਨੇ 18 ਅਜਿਹੀਆਂ ਟਿਕਟਸ ਦਿੱਤੀਆਂ ਨੇ ਜੋ ਕਿ ਉਹਨਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਨੇ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ, ਜੋ ਕਿ ਕੁੱਲ $17,000 ਤੱਕ ਦਾ ਫਾਈਨ ਬਣਿਆ। ਇਸ ਦੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ 7 ਤੋਂ ਅਪ੍ਰੈਲ 11 2021 ਦੇ ਵਿੱਚ ਅਧਿਕਾਰੀ 5 ਵੱਖੋ ਵੱਖਰੇ ਘਰਾਂ ਦੇ ਵਿੱਚ ਗਏ ਜਿੱਥੇ ਕਿ ਇਕੱਠ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਥਾਂ ਦੇ ਉੱਤੇ ਵਿਆਹ ਕੀਤਾ ਜਾ ਰਿਹਾ ਸੀ ਜਿੱਥੇ ਕਿ 22 ਦੇ ਕਰੀਬ ਵਿਅਕਤੀ ਮੌਜੂਦ ਸਨ, ਜੋ ਕਿ 7 ਅਪ੍ਰੈਲ ਨੂੰ ਹੋਇਆ। ਇਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਨਿਊਟਨ ਖੇਤਰ ਦੇ ਵਿੱਚ ਇਹ ਵਿਆਹ ਹੋ ਰਿਹਾ ਸੀ, ਜਿਸ ਤੋਂ ਬਾਅਦ ਹਦਾਇਤਾਂ ਦੀ ਉਲੰਘਣਾ ਕਰਨ ਦੇ ਉੱਤੇ $2300 ਦੀ ਟਿਕਟ ਦਿੱਤੀ ਗਈ। ਜਿਸ ਤੋਂ ਬਾਅਦ ਪਿਛਲੇ ਹਫਤੇ ਦੇ ਅੰਤ ਵਿੱਚ ਅਪ੍ਰੈਲ 10 ਨੂੰ ਅਧਿਕਾਰੀ ਇੱਕ ਰੈਸਟੋਰੈਂਟ ਦੇ ਉੱਤੇ ਪਹੁੰਚੇ 9400 ਬਲਾਕ ਤੇ 120 ਸਟਰੀਟ ਦੇ ਉੱਤੇ, ਜਿੱਥੇ ਉਹਨਾਂ ਨੇ ਪਾਇਆ ਕਿ ਰੈਸਟੋਰੈਂਟ ਦੇ ਅੰਦਰ ਬੈਠ ਕੇ ਲੋਕ ਖਾਣਾ ਖਾ ਰਹੇ ਸਨ, ਜੋ ਕਿ ਇਸ ਸਮੇਂ ਸਰਕਾਰ ਦੇ ਵੱਲੋਂ ਰੋਕ ਲਗਾਈ ਹੋਈ ਹੈ। ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਨੂੰ ਟਿਕਟ ਦਿੱਤੀ ਗਈ। ਇਸ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ ਅਪ੍ਰੈਲ 11 ਨੂੰ ਉਹਨਾਂ ਨੇ ਇੱਕ ਵਿਅਕਤੀ ਨੂੰ ਟਿਕਟ ਦਿੱਤੀ ਜਦੋਂ ਉਸਨੇ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ, ਜਦੋਂ ਉਹ 7300 ਬਲਾਕ ਤੇ ਕਿੰਗ ਜਾਰਜ ਉੱਤੇ ਇੱਕ ਬਿਜ਼ਨਸ ਦੇ ਅੰਦਰ ਮੌਜੂਦ ਸੀ, ਜਿੱਥੇ ਕਿ ਪੁਲਿਸ ਅਧਿਕਾਰੀਆਂ ਨੇ ਟਿਕਟ ਦਿੱਤੀ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਨਾ ਕੀਤੀ ਜਾਵੇ ਤੇ ਅਜਿਹਾ ਕਰਨ ਦੇ ਉੱਤੇ ਸਖਤ ਕਾਰਵਾਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਜੇ ਹੁਣ ਰੈਸਟੋਰੈਂਟ ਤੇ ਮਾਲਕ ਦੇ ਵੱਲੋਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਦੀ ਜਾਣਕਾਰੀ ਫਰੇਜ਼ਰ ਹੈਲਥ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਹੈ। ਨਾਲ ਹੀ ਰੈਸਟੋਰੈਂਟ ਦੇ ਮਾਲਕ ਨੂੰ ਟਿਕਟ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਇਸ ਦੇ ਵਿੱਚ ਟਿਕਟਸ ਤਾਂ ਮਿਲਦੀਆਂ ਹੀ ਨਹੀਂ, ਸਗੋਂ ਇਸ ਦੇ ਨਾਲ ਸਖਤ ਹੋਰ ਕਾਰਵਾਈ ਵੀ ਹੋ ਸਕਦੀ ਹੈ, ਜਿਸ ਦੇ ਲਈ ਸਿਟੀ ਆਫ ਸਰੀ ਦੇ ਬਾਇਲਾਅ ਕਾਲ ਸੈਂਟਰ ਦਾ ਨੰਬਰ ਹੈ 604 591 4370, ਜਿਸ ਦੇ ਉੱਤੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਤੇ ਕੋਈ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੋਇਆ ਦਿਖਾਈ ਦਿੰਦਾ ਹੈ ਤਾਂ ਇਸ ਦੇ ਉੱਤੇ ਫੋਨ ਕੀਤਾ ਜਾ ਸਕਦਾ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।